Hello everyone, welcome to our channel Learning Curve. आई होप ਤੁਸੀਂ ਪਿਛਲੀ ਕਲਾਸਿਸ ਰਿਵਾਈਜ਼ ਕਰ ਰਹੇ ਹੋਵੋਗੇ। ਮੈਂ ਲਾਸਟ ਵੀਕ ਐਬਸੈਂਟ ਰਿਹਾ ਸੀ, ਮੇਰੀ ਤਬੀਅਤ ਕੁਝ ਅੱਛੀ ਨਹੀਂ ਸੀ ਐਕਚੁਅਲੀ ਨਾ। ਹੁਣ ਮੈਂ ਥੋੜਾ ਅੱਛਾ ਫੀਲ ਕਰ ਰਿਹਾ ਤੇ ਹੁਣ ਆਪਾਂ ਹਿਸਟਰੀ ਆਪਣੀ ਕੰਟੀਨਿਊ ਕਰਦੇ ਹਾਂ। ਆਪਾਂ ਲਾਸਟ ਕਲਾਸ 'ਚ ਆਪਾਂ ਡਿਸਕਸ ਕਰ ਰਹੇ ਸੀ, ਸਾਰਾ ਬੰਗਾਲ ਬਾਰੇ ਆਪਾਂ ਡਿਸਕਸ ਕੀਤਾ ਸੀ, ਬੈਟਲ ਆਫ ਪਲਾਸੀ ਬਾਰੇ, ਬੈਟਲ ਆਫ ਬਕਸਰ ਬਾਰੇ ਆਪਾਂ ਸਾਰਾ ਕੁਝ ਡਿਸਕਸ ਕੀਤਾ ਸੀ। ਕਿੱਦਾਂ ਬੰਗਾਲ ਦੇ ਨਵਾਬਜ਼ ਇੱਥੇ ਆਏ, ਠੀਕ ਹੈ, ਉਹਨਾਂ ਨੇ ਰੂਲ ਕੀਤਾ ਤੇ ਬੈਟਲ ਆਫ ਪਲਾਸੀ ਤੇ ਬੈਟਲ ਆਫ ਬਕਸਰ ਆਪਾਂ ਸਾਰਾ ਕੁਝ ਡਿਸਕਸ ਕੀਤਾ। ਹੁਣ ਆਪਾਂ ਆਪਣਾ ਨੈਕਸਟ ਟੋਪਿਕ ਆਪਾਂ ਹੈਡਿੰਗ ਲਗਾ ਲਈ ਸੀ ਆਈ ਥਿੰਕ ਐਂਗਲੋ ਫ੍ਰੈਂਚ ਵਾਰਸ। ਹੁਣ ਉਹ ਆਪਾਂ ਅੱਜ ਸ਼ੁਰੂ ਕਰਾਂਗੇ ਤਾਂ ਅੱਜ ਖਤਮ ਵੀ ਕਰਾਂਗੇ ਟੋਪਿਕ ਨੂੰ, ਐਂਗਲੋ ਫ੍ਰੈਂਚ ਵਾਰਸ। ਤਿੰਨ ਐਂਗਲੋ ਫ੍ਰੈਂਚ ਵਾਰ ਇੱਥੇ ਲੜੇ ਗਏ ਸੀ। ਇਹਨਾਂ ਨੂੰ ਆਪਾਂ ਕਾਰਨੈਟਿਕ ਵਾਰਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਕਾਰਨੈਟਿਕ ਵਾਰਸ ਵੀ ਕਹਿ ਦਿੰਦੇ ਹਾਂ ਕਿਉਂਕਿ ਕਰਨਾਟਕ ਦੇ ਨਵਾਬ ਨਾਲ ਵੀ ਲੜਾਈ ਹੋਏਗੀ। ਇਹਦੇ ਵਿੱਚ ਸਾਰਾ ਕੁਝ ਆਪਾਂ ਡਿਸਕਸ ਕਰਦੇ ਹੋਣੇ ਆਪਾਂ ਲੇਟਰ ਪਾਰਟ 'ਚ। ਤੇ ਇਹਨਾਂ ਨੂੰ ਐਂਗਲੋ ਫ੍ਰੈਂਚ ਵਾਰਸ ਮੀਨਸ ਇੰਗਲਿਸ਼ ਤੇ ਫ੍ਰੈਂਚ ਜੋ ਇੱਥੇ ਹੈਗੇ ਸੀ, ਉਹਨਾਂ ਨੇ ਕਿਵੇਂ ਇੱਥੇ ਯੁੱਧ ਲੜੇ। ਇਹ ਯੁੱਧ ਕਿਉਂ ਲੜੇ ਸੀ? ਇਹ ਲੜੇ ਸੀ ਫॉर द ਸੁਪਰਮੇਸੀ ਇਨ ਸਾਊਥ ਇੰਡੀਆ, ਠੀਕ ਹੈ, ਫॉर द ਸੁਪਰਮੇਸੀ ਇਨ ਸਾਊਥ ਇੰਡੀਆ, ਤਾਂ ਕਿ ਸਾਊਥ ਇੰਡੀਆ ਤੇ ਦਬਦਬਾ ਬਣਾਉਣ ਲਈ, ਸਾਊਥ ਇੰਡੀਆ ਤੇ ਦਬਦਬਾ ਬਣਾਉਣ ਲਈ ਟ੍ਰੇਡ ਰਾਈਵਲਰੀਜ਼ ਹੁੰਦੀਆਂ ਸੀ ਦੋਵਾਂ, ਬ੍ਰਿਟਿਸ਼ ਤੇ ਫ੍ਰੈਂਚ ਦੋਵਾਂ ਦਾ ਮੇਨ ਰੀਜ਼ਨ ਲੜਨ ਦਾ ਇੱਥੇ ਕੀ ਸੀ? ਟ੍ਰੇਡ। ਮੰਨਿਆ ਜਾਂਦਾ ਹੈ ਕਿ ਬ੍ਰਿਟੇਨ ਹੈ, ਜਿਹੜੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ, ਉਹ ਚਾਹੁੰਦੇ ਸੀ ਸਾਡਾ ਟ੍ਰੇਡ ਤੇ ਕਬਜ਼ਾ ਹੋ ਜੇ। ਜੇ ਟ੍ਰੇਡ ਤੇ ਕਬਜ਼ਾ ਹੋ ਜਾਏਗਾ ਤੇ ਆਟੋਮੈਟਿਕਲੀ ਪੋਲੀਟੀਕਲ ਪਾਵਰ ਤੇ ਕਬਜ਼ਾ ਕਿੰਦਾ ਹੋ ਜਾਏਗਾ? ਬ੍ਰਿਟੇਨ ਦਾ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੱਕ ਪ੍ਰਾਈਵੇਟ ਕੰਪਨੀ ਸੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਤੇ ਜਿਹੜੀ ਫ੍ਰੈਂਚ ਈਸਟ ਇੰਡੀਆ ਕੰਪਨੀ ਸੀ, ਉਹਦੀ ਸੋਚ ਅਲੱਗ ਸੀ। ਉਹ ਕਹਿੰਦੀ ਸੀ ਸਾਡਾ ਇੱਥੇ ਪੋਲੀਟੀਕਲ ਕਬਜ਼ਾ ਹੋ ਗਿਆ ਤੇ ਉਸ ਤੋਂ ਆਟੋਮੈਟਿਕਲੀ ਬਾਅਦ ਟ੍ਰੇਡ ਤੇ ਕਬਜ਼ਾ ਹੋ ਜਾਏਗਾ। ਰਸਤੇ ਦੋਵਾਂ ਦੇ ਅਲੱਗ-ਅਲੱਗ ਸੀ, ਦੋਵਾਂ ਦੇ ਰਸਤੇ ਅਲੱਗ-ਅਲੱਗ ਸੀ, ਪਰ ਮਕਸਦ ਇੱਕ ਹੀ ਸੀ ਕਿ ਟ੍ਰੇਡ ਤੇ ਕਬਜ਼ਾ ਚਾਹੀਦਾ ਹੈ ਇੰਡੀਆ ਦੀ। ਇੰਡੀਆ ਉਸ ਟਾਈਮ ਇੱਕ ਗੋਲਡਨ ਸਪੈਰੋ ਸੀ, ਤੁਹਾਨੂੰ ਪਤਾ ਹੀ ਹੈ। ਤੇ ਦੋਨਾਂ ਨੂੰ ਸੁਪਰਮੈਸੀ ਸਾਊਥ ਇੰਡੀਆ ਦੀ ਵਿਖਾਉਣ ਲਈ ਇੱਥੇ ਹੁਣ ਦੋ ਤਗੜੇ ਲੜਨਗੇ ਤਾਂ ਉਹਨਾਂ 'ਚ ਇੱਕ ਹੀ ਜਿੱਤੇਗਾ, ਠੀਕ ਹੈ। ਤੇ ਉਹਨਾਂ ਵਿੱਚੋਂ ਤਗੜਾ ਕੌਣ ਸਾਬਿਤ ਹੋਏਗਾ ਉਹ ਆਪਾਂ ਦੇਖਦੇ ਹਾਂ। ਜਿਹੜੀ ਫਸਟ ਐਂਗਲੋ ਫ੍ਰੈਂਚ ਵਾਰ ਹੈ ਨਾ, ਉਹ 1746 ਤੋਂ ਲੈ ਕੇ 1748 'ਚ ਲੜੀ ਗਈ ਸੀ। ਫਸਟ ਐਂਗਲੋ ਫ੍ਰੈਂਚ ਵਾਰ, ਇਹਨੂੰ ਆਪਾਂ ਕਾਰਨੈਟਿਕ ਵਾਰਸ ਵੀ ਕਹਿ ਦਿੰਦੇ ਹਾਂ, ਠੀਕ ਹੈ। ਇਹਨੂੰ ਸੇਂਟ ਥੋਮਸ ਦੀ ਲੜਾਈ ਵੀ ਕਹਿ ਦਿੰਦੇ। ਸੇਂਟ ਥੋਮਸ ਇੱਕ ਕਿਲਾ ਸੀ ਕਰਨਾਟਕਾ 'ਚ ਹੀ, ਸੇਂਟ ਥੋਮਸ ਉੱਥੇ ਕਿਲੇ 'ਚ ਲੜਾਈ ਕੀਤੀ ਸੀ। ਹੁਣ ਆਪਾਂ ਡਿਸਕਸ ਕਰਾਂਗੇ। ਇਹਨੂੰ ਸੇਂਟ ਥੋਮਸ ਦੀ ਲੜਾਈ ਵੀ ਕਹਿ ਦਿੰਦੇ ਆ, ਜਿਹੜੀ ਫਸਟ ਐਂਗਲੋ ਫ੍ਰੈਂਚ ਵਾਰ ਹੈ, ਸੇਂਟ ਥੋਮਸ ਬੈਟਲ। ਤੇ ਕਾਰਨੈਟਿਕ ਵਾਰ ਵੀ ਕਹਿ ਦਿੰਦੇ ਆ। ਕੇ ਤੋਂ ਵੀ ਲਿਖ ਲੈਂਦੇ ਆ, ਸੀ ਤੋਂ ਵੀ ਲਿਖ ਲੈਂਦੇ ਆ। ਹੋਇਆ ਕੀ ਸੀ ਐਕਚੁਅਲੀ, ਜਿਹੜੇ ਫਸਟ ਐਂਗਲੋ ਫ੍ਰੈਂਚ ਵਾਰਸ ਆਪਾਂ ਸਾਰਾ ਕੁਝ ਡਿਟੇਲ ਡਿਸਕਸ ਕਰਾਂਗੇ, ਕੀ ਰੀਜ਼ਨਸ ਰਹੇ ਸੀ ਇਹਨਾਂ ਦੇ ਯੁੱਧ ਦੇ ਇੱਥੇ, ਠੀਕ ਹੈ। ਫਸਟ ਜਿਹੜੀ ਕਾਰਨੈਟਿਕ ਵਾਰ ਹੋਈ ਸੀ, ਇਹਦਾ ਰੀਜ਼ਨ ਆਉਂਦਾ ਯੂਰਪ ਤੋਂ। ਐਕਚੁਅਲੀ ਯੂਰਪ 'ਚ ਆਸਟਰੀਆ ਨਾਮਕ ਇੱਕ ਦੇਸ਼ ਹੈ ਨਾ, ਆਸਟ੍ਰੇਲੀਆ ਨਹੀਂ, ਆਸਟਰੀਆ। ਉੱਥੇ ਉੱਤਰਾਧਿਕਾਰ ਦੀ ਲੜਾਈ ਸ਼ੁਰੂ ਹੋ ਗਈ, ਵਾਰ ਆਫ ਸਕਸੈਸ਼ਨ ਦੀ। ਕਿੰਨਾ ਵਿੱਚ? ਬ੍ਰਿਟੇਨ ਤੇ ਫਰਾਂਸ 'ਚ, ਠੀਕ ਹੈ। ਬ੍ਰਿਟੇਨ ਤੇ ਫਰਾਂਸ ਵਿੱਚ ਉੱਤਰਾਧਿਕਾਰ ਦੀ ਲੜਾਈ ਸ਼ੁਰੂ ਹੋ ਗਈ ਆਸਟਰੀਆ 'ਚ। ਜਿਹੜੇ ਉੱਥੋਂ ਇੰਗਲੈਂਡ ਵੱਲੋਂ, ਬ੍ਰਿਟੇਨ ਵੱਲੋਂ ਜਿਹੜਾ
जिन्हें उत्थे रूल कर रहा सी, जो ਆਸਟ੍ਰੇਲੀਆ वॉर ऑफ ਸਕਸੈਸ਼ਨ ਲਈ अपना दावेदार सी, वो सी प्रिंस विलियम्स, ब्रिटेन के दावेदार। तो फ्रांस वालों कौन सी? मारिया थेरेसा। ठीक है, इन्हां दोवां दे विच लड़ाई शुरू हो गई यूरोप च। ठीक है, यूरोप च लड़ाई हो गई, ਆਸਟ੍ਰੇਲੀਆ वॉर ऑफ ਸਕਸੈਸ਼ਨ। ऑस्ट्रेलिया नहीं है, ऑस्ट्रिया है। हुन इस लड़ाई दा जिहड़ी ब्रिटेन यूरोप च चल रही सी, ऑस्ट्रिया च, इनका की होया, इनका इंपैक्ट विखिया आपां नूं इंडिया च वेखण नूं मिलिया, साउथ इंडिया वेखण नूं मिलिया। होया कि 1746 च जिवें जिवें तनाव पैदा हुंदा सी यूरोप च बिटवीन ब्रिटेन एंड फ्रांस गौरमेंट, फ्रेंच गौरमेंट ते ब्रिटेन गौरमेंट, जिवें तनाव पैदा हुंदा सी यूरोप च, उनका इंपैक्ट सेम वेखण नूं मिलदा सी इंडिया च। ठीक है, जदों उत्थे लड़दे सी, ये इत्थे लड़ना शुरू कर दिंदे सी इंडिया च, साउथ इंडिया च। ठीक है, ये कौन कौन लड़ते सी? इधरों ब्रिटेन वालों लीड कर रहा सी ब्रिटिश ईस्ट इंडिया कंपनी, इंडिया वालों लीड कर रहा सी रॉबर्ट क्लाइव। ठीक है, तो फ्रेंच गौरमेंट वालों फ्रेंच ईस्ट इंडिया कंपनी वालों लीड कर रहा सी लॉर्ड ड्यूप्ले। ठीक है, हुण 1746 च इन्हां ने युद्ध करना शुरू करता इत्थे। ठीक है, ब्रिटिश ईस्ट इंडिया कंपनी ते फ्रेंच ईस्ट इंडिया कंपनी ने। ठीक है, फ्रेंच ईस्ट इंडिया कंपनी वालों लीड कर रहा सी लॉर्ड ड्यूप्ले। हुण लॉर्ड ड्यूप्ले ने की कीता, एक चाल चली। लॉर्ड ड्यूप्ले ने ਜਿਹੜੇ एक मोरेशियस है, साउथ ईस्ट एशियन कंट्री है ना मोरेशियस, ਉੱਥੋਂ ਦਾ एक फ्रेंच गवर्नर जिसका नाम से लॉर्ड ला बारबाडोस। ठीक है, ला बारबाडोस ਨੂੰ ਭੇਜਦਾ ਹੈ न्योता कि ਇੱਥੇ आ ਆਪਦੀ सेना लैके ਤੇ इंडियन ओशन च अटैक कर दे। ठीक है, बारबाडोस कहना मान लेंदा है लॉर्ड ड्यूप्ले का। ठीक है, लॉर्ड ड्यूप्ले फ्रेंच ईस्ट इंडिया कंपनी का गवर्नर है इत्थे। ठीक है, ਉੱਥੋਂ मोरेशियस च फ्रेंच का गवर्नर किहड़ा? बारबाडोस। हुण बारबाडोस आपदी सेना लैके सारी कित्थे आंदा है? इंडियन ओशन च अटैक करता है मद्रास ते। ठीक है, मद्रास नूं चारों तरफ ते घेर लैंदा है। मद्रास ते उस दिन कब्जा किंदा हुंदा है? ब्रिटिश ईस्ट इंडिया कंपनी का। सुनी चला ध्यान नाल। ठीक है, हो सके तो वीडियो नूं बार बार पोज करके सुनी चलना। हुण बारबाडोस अटैक कर दिंदा मद्रास ते, मद्रास ते कब्जा हुंदा ब्रिटिश ईस्ट इंडिया कंपनी का, ते किंदे कैप्चर च आ गया हुणे? बारबाडोस दे। ठीक है, क्योंकि उन्होंने चारों तरफ नेवी ने अटैक कर देंगे ने। होया कि थोड़ी जी ब्राइब दे के बारबाडोस नूं बाय ब्रिटिश ईस्ट इंडिया कंपनी, ब्रिटिश ईस्ट इंडिया कंपनी की करती है? थोड़ी जी ब्राइब दिंदी है, फिरौती दिंदी है किन्नू? बारबाडोस नूं, ते वो अपना कब्जा उत्थों छड़ दिंदा है, ते किंदे हत्थ आ जांदा मद्रास? फिर ब्रिटिश ईस्ट इंडिया कंपनी के हत्थ आ गया। फिर होया कि लॉर्ड ड्यूप्ले फिर जाता है मद्रास ते अटैक कर दिंदा है, तो फिर छीन लेंदा किंदे को? मद्रास ब्रिटिश ईस्ट इंडिया कंपनी को छीन लेंदा है, फ्रेंच वाल ऐड कर लेंदा है। ठीक है, हुण होया कि उस तो बाद चों लॉर्ड ड्यूप्ले कैप्चर्ड बारबाडोस मोरेशियस का गवर्नर होंदा, फ्रेंच गवर्नर, वो इत्थे सारा अपना जिहड़ा होंदा ना अटैक करता मद्रास ते, मद्रास कैप्चर कर लेंदा ब्रिटिश इंडियन कंपनी, पर ब्रिटिश इंडियन कंपनी उन्होंने ब्राइब दे दिंदी, तो फिर वो वापस किनू कर लेंदा? ब्रिटिश इंडियन कंपनी नूं। बट ये दोबारा जाता लॉर्ड ड्यूप्लेक्स ते मद्रास कैप्चर कर लेंदा है। ठीक है, हुण होया की हुंदा है कि जिहड़ा लॉर्ड ड्यूप्ले है ना, उन्हें एक प्रॉमिस किया हुंदा है, उन्हें एक वादा किया हुंदा है। किनू? उन्हें वादा एक किया हुंदा है अनमुरुद्दीन हुंदा है। अनमुरुद्दीन की हुंदा? कर्नाटका का नवाब हुंदा है। कर्नाटका के नवाब नूं वो वादा करता है कि मैं तेनों मद्रास जित के हैंड ओवर कर देंगा। हुण मद्रास जित लिया,
वादे के मुताबिक हैंडओवर किनू करना चाहिए, करनाटका के नवाब अनवरदीन नू, बट ये बकायदा आपदी जी वर्ड्स तो मुकर जाता है, तो मोर ओवर सेंट थोमस नामक किले ते अटैक कर दिंदा है, जिथे करनाटका का नवाब बुरी तरह हार जाता है अनवरदीन। ठीक है, लॉर्ड ड्यूप्लेक्स अटैक कर दिंदा किंदे ते, करनाटका के नवाब अनवरदीन ते बुरी तरह हार जाता है कौन, अनवरदीन। ठीक है, लॉर्ड ड्यूप्लेक्स इत्थे, ठीक है, अटैक्ड ऑन सेंट थॉमस। ठीक है, अनवरदीन ते अटैक कर दिंदा ते उन्होंने बुरी तरह हरा दिंदा है। ठीक है, उस तो बाद चो 1748 वॉर तो चल रहा सी कित्थे, यूरोप च भी। ठीक है, तुहानूं दस्सिया सी आस्ट्रेलिया वॉर, आस्ट्रेलिया के उत्तराधिकारी लड़ाई चल रही सी उत्थे, ते उत्थे वो वॉर एंड हो जाता है बाय द ट्रीटी ऑफ एक्सला शैपले। ठीक है, एक ट्रीटी साइन होंदी है एक्सला शैपले। उस ट्रीटी च की क्या गया कि जिहड़ा आस्ट्रेलिया का अधिकार है वो मारिया थेरेसा नूं डिक्लेयर किया जाता है, जो कि की सी फ्रेंच वालों, फ्रेंच गौरमेंट वालों रिप्रजेंट कर रही सी। इट मीनस फ्रेंच गौरमेंट की जित हुई कित्थे, आस्ट्रिया च। ठीक है, हुण ट्रीटी ऑफ एक्सला शैपले साइन हो रही सी, जो रूल्स एंड रेगूलेशंस अंडर द ट्रीटी ऑफ एक्सला शैपले उत्थे साइन हो रहे सी यूरोप च, सेम फॉलो कित्थे जाने सी, इंडिया च भी लागू कर दिता गया वो सेम ट्रीटी नूं। ठीक है, इट मीनस जिहड़ी लड़ाई यूरोप च शुरू हुई सी, यूरोप च खत्म हुई, उनकी रूल्स एंड रेगूलेशंस, उनकी ट्रीटी जिहड़े शर्तां सी इत्थे भी मन्निया गया। मतलब जो कब्जे फ्रेंच ने कीते सी ब्रिटेन ते एरियाज ते, वो वापस लौटाने होणगे ब्रिटेन नूं। ठीक है, हुण इंडिया च कब्जा कित्थे कीता सी, मद्रास ते, किन्ने, लॉर्ड ड्यूप्ले ने। ते इट मीनस जित तो गया सी लॉर्ड ड्यूप्ले, क्योंकि इन्हें इवन कि करनाटका के नवाब अनवरदीन भी हराता। ठीक है, मद्रास से भी कैप्चर कर लिया सी, बट ट्रीटी साइन हुई सी कित्थे, और यूरोप च। उनके मुताबिक की सी कि जो भी क्षेत्र से फ्रेंच ने कब्जा किए वो वापस करने पैणगे, तो आस्ट्रेलिया का जो उत्तराधिकारी है वो मारिया थेरेसा नूं डिक्लेयर किया जाता है। तो यही शर्तां नूं इंडिया च फॉलो करते हुए इन्हों मद्रास हैंडओवर करना पिया सी लॉर्ड ड्यूप्ले नूं, ब्रिटिश ईस्ट इंडिया कंपनी नूं। ठीक है, ये ट्रीटी बहुत इंपॉर्टेंट है, याद रख लेना। ये ट्रीटी अक्सर पूछी जाती है फर्स्ट एंग्लो फ्रेंच वॉर च। ते हुण लॉर्ड ड्यूप्ले ने जो मद्रास ते कब्जा किया सी, वो उन्होंने वापस करना पिया सी किन्नों, ब्रिटेन नूं, ब्रिटिश ईस्ट इंडिया कंपनी जो इत्थे सुपरमैसी लड़ रही सी अपने। ठीक है, हुण मद्रास वाज बैक टू ब्रिटिश ईस्ट इंडिया कंपनी। क्लियर है, मद्रास वापस आ गया क्योंकि ट्रीटी ऑफ एक्सला शैपले हुई सी साइन यूरोप च। ठीक है, हुण
ਕੀ ਹੋਇਆ ਕਿ ਜੋ ਡਿਊਪਲੇ ਇੱਥੇ ਦਵਾ ਦਵ ਚਾਹੁੰਦਾ ਸੀ ਕਿ ਮੈਂ ਬ੍ਰਿਟੇਨ ਨੂੰ ਇਸ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ ਇੱਥੇ ਲੜ ਰਹੀ ਸੀ ਉਹਨੂੰ ਮੈਂ ਦਵਾ ਦਵ ਆਪਦੀ ਕਬਜ਼ਾ ਕਰਾਂ ਤੇ ਦਵਾ ਦਵ ਉਹਨਾਂ ਨੂੰ ਹਰਾਵਾਂ ਤੇ ਇਹਨਾਂ ਨੂੰ ਬਾਹਰ ਕੱਢਾਂ। ਹੋਇਆ ਕਿ ਹੁਣ ਫਸਟ ਐਂਗਲੋ ਫ੍ਰੈਂਚ ਵਾਰ ਹੋ ਗਈ ਖਤਮ ਬਾਈ ਟੀਟੀ ਆਫ ਐਕਸਲਾ-ਚੈਪਲੇ। ਫਿਰ ਹੁਣ ਹੁੰਦੀ ਹੈ ਸੈਕਿੰਡ ਐਂਗਲੋ ਫ੍ਰੈਂਚ ਵਾਰ। ਹੁਣ ਉਹਦੀ ਮਹੱਤਵਾਕਾਂਸ਼ਾ ਵੱਧ ਗਈ ਸੀ ਕਿੰਦੀ, ਲਾਰਡ ਡਿਊਪਲੇ ਦੀ। ਆਫਕੋਰਸ ਉਹਨੇ ਬ੍ਰਿਟੇਨ ਨੂੰ ਹਰਾਇਆ ਸੀ ਇੱਥੇ, ਠੀਕ ਹੈ, ਮਦਰਾਸ ਕੈਪਚਰ ਕਰ ਲਿਆ ਸੀ ਇੱਕ ਵਾਰੀ ਤਾਂ। ਬਟ ਕੀ ਹੋਇਆ 1749 ਤੋਂ ਲੈ ਕੇ 1754 ਤੱਕ ਸੈਕਿੰਡ ਐਂਗਲੋ ਫ੍ਰੈਂਚ ਵਾਰ ਲੜੇਗੀ। ਉਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਲਾਰਡ ਡਿਊਪਲੇ ਹੈ ਉਹ ਆਪਦੀ ਪਾਵਰਸ ਨੂੰ ਵਧਾਉਂਦਾ ਕਿਵੇਂ, ਉਹ ਨਾ ਇੰਟਰਫੇਅਰ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਹਦੇ 'ਚ, ਇੰਡੀਆ ਦੇ ਇੰਟਰਨਲ ਮੈਟਰਸ 'ਚ। ਇੰਡੀਆ ਦੇ ਇੰਟਰਨਲ ਮੈਟਰਸ 'ਚ ਇੰਟਰਫੇਅਰ ਕਰਨਾ ਸ਼ੁਰੂ ਕਰ ਦਿੰਦਾ। ਕਿਵੇਂ, ਦੋ ਰਿਆਸਤਾਂ ਹੁੰਦੀਆਂ ਸਾਊਥ ਇੰਡੀਆ 'ਚ, ਇੱਕ ਹੁੰਦੀ ਹੈ ਕਰਨਾਟਕਾ ਤੇ ਇੱਕ ਹੁੰਦੀ ਹੈਦਰਾਬਾਦ। ਹੈਦਰਾਬਾਦ ਦਾ ਜਿਹੜਾ ਨਿਜ਼ਾਮ ਹੈ ਕਰਨਾਟਕਾ ਦਾ ਨਵਾਬ ਹੈ। ਹੈਦਰਾਬਾਦ ਦਾ ਨਿਜ਼ਾਮ, ਹੈਦਰਾਬਾਦ ਕਦੋਂ ਸਟੈਬਲਿਸ਼ ਹੋਇਆ ਸੀ, 1724 'ਚ, ਠੀਕ ਹੈ। ਮੈਂ ਸਾਰਾ ਬੋਰਡ 'ਤੇ ਲਿਖਾਂਗਾ, ਮੈਂ ਤੁਹਾਨੂੰ ਇੱਕ ਵਾਰੀ ਸਟੋਰੀ ਦੱਸਦਾ ਸਾਰੀ, ਫਿਰ ਤੁਹਾਨੂੰ ਰਿਲੇਟ ਕਰ ਪਾਓਗੇ ਬੜੀ ਜਲਦੀ। ਧਿਆਨ ਨਾਲ ਸੁਣਨਾ। ਦੋ ਰਿਆਸਤਾਂ ਹੁੰਦੀਆਂ ਕਰਨਾਟਕਾ ਤੇ ਹੈਦਰਾਬਾਦ। ਹੈਦਰਾਬਾਦ ਦੇ ਉੱਤੇ ਸਟੈਬਲਿਸ਼ ਕਦੋਂ ਹੋਇਆ ਸੀ, 1724 ਬਾਏ, ਉਹਦੀ ਸਟੈਬਲਿਸ਼ਮੈਂਟ ਕਿਹਨੇ ਕੀਤੀ ਸੀ, ਨਿਜ਼ਾਮ ਉਲ ਮੁਲਕ ਨੇ, ਠੀਕ ਹੈ। ਚਿੰਗਲੂਜ਼ ਖਾਨ ਵੀ ਕਹਿੰਦੇ ਸੀ ਉਹਨੂੰ। ਨਿਜ਼ਾਮ ਉਲ ਮੁਲਕ ਨੇ 1724 'ਚ ਹੈਦਰਾਬਾਦ ਰਿਆਸਤ ਦੀ ਇੰਡੀਪੈਂਡੈਂਟ ਫ੍ਰੀ ਸਟੇਟ ਡਿਕਲੇਅਰ ਕਰਤਾ ਤੇ ਆਪਦੇ ਆਪ ਨੂੰ ਨਿਜ਼ਾਮ ਡਿਕਲੇਅਰ ਕਰਤਾ ਹੈਦਰਾਬਾਦ ਦਾ। 1748 'ਚ ਹੋ ਜਾਂਦੀ ਹੈ ਨਿਜ਼ਾਮ ਉਲ ਮੁਲਕ ਦੀ ਡੈਥ। ਕਲੀਅਰ ਹੈ। ਹੁਣ ਉਹਦੇ ਉੱਤਰਾਧਿਕਾਰ ਆਉਂਦੇ ਨੇ ਦੋ, ਠੀਕ ਹੈ। ਇੱਕ ਤਾਂ ਹੁੰਦਾ ਸਨ, ਇੱਕ ਹੁੰਦਾ ਗ੍ਰੈਂਡ ਸਨ। ਸਨ ਦਾ ਨਾਮ ਹੁੰਦਾ ਨਿਜ਼ਾਮ ਜੰਗ, ਠੀਕ ਹੈ, ਤੇ ਗ੍ਰੈਂਡ ਸਨ ਹੁੰਦਾ ਮੁਜ਼ੱਫਰ ਜੰਗ। ਕਲੀਅਰ ਹੈ। ਹੁਣ ਜਿਹੜਾ ਲਾਰਡ ਡਿਊਪਲੇ ਹੈ ਉਹ ਕਿਵੇਂ ਇੰਟਰਫੇਅਰ ਕਰਦਾ ਹੈਦਰਾਬਾਦ 'ਚ, ਉਹ ਕੀ ਕਰਦਾ, ਉਹ ਇੱਕ ਦਾ ਸਾਥ ਦੇਗਾ ਦੋਵਾਂ 'ਚੋਂ, ਨਿਜ਼ਾਮ ਜੰਗ ਜਾਂ ਮੁਜ਼ੱਫਰ ਜੰਗ ਜਾਂ ਇੱਕ ਦਾ ਸਾਥ ਦੇਗਾ, ਆਟੋਮੈਟਿਕਲੀ ਕੌਣ ਆਏਗੀ, ਬ੍ਰਿਟਿਸ਼ ਇੰਡੀਅਨ ਕੰਪਨੀ ਦੂਜੇ ਦਾ ਸਾਥ ਦੇਣ। ਉਹ ਆਏਗੀ ਬ੍ਰਿਟਿਸ਼ ਇੰਡੀਅਨ ਕੰਪਨੀ ਇੱਥੇ ਸਾਥ ਦੇਣ ਆਏਗੀ ਇੱਕ ਦੂਜੇ ਦਾ, ਤੇ ਲੜਾਈ ਹੋਏਗੀ ਬਿਟਵੀਨ ਫ੍ਰੈਂਚ ਐਂਡ ਇੰਗਲਿਸ਼, ਤੇ ਲਾਰਡ ਡਿਊਪਲੇ ਹਰਾ ਦੇਗਾ ਤੇ ਵਾਪਸ ਭੇਜ ਦੇਗਾ ਉਹਨੂੰ, ਠੀਕ ਹੈ। ਹੋਇਆ ਕਿ ਮੁਜ਼ੱਫਰ ਜੰਗ ਦਾ ਸਾਥ ਦਿੰਦਾ ਕੌਣ, ਆਪਣਾ ਲਾਰਡ ਡਿਊਪਲੇ, ਠੀਕ ਹੈ। ਉਧਰੋਂ ਸੁਣੀ ਚੱਲਣਾ, ਉਧਰੋਂ ਕਰਨਾਟਕਾ 'ਚ ਤੁਹਾਨੂੰ ਮੈਂ ਦੱਸ ਹੀ ਚੁੱਕਾ ਸੀ ਆਲਰੇਡੀ, ਅਨੂਰਦੀਨ ਸੀ। ਅਨੂਰਦੀਨ ਤੇ ਅੱਗੋਂ ਉਹਦਾ ਬਹਿਨੋਈ ਸੀ, ਬਹਿਨੋਈ ਕਾਈਂਡ ਆਫ ਬ੍ਰਦਰ ਇਨ ਲਾਅ ਸੀ ਉਹਦਾ, ਬ੍ਰਦਰ ਇਨ ਲਾਅ ਸੀ ਚੰਦਾ ਸਾਹਿਬ, ਠੀਕ ਹੈ। ਕਰਨਾਟਕਾ ਦੀ ਗੱਲ ਹੋ ਰਹੀ, ਹੈਦਰਾਬਾਦ ਦੀ ਨਹੀਂ। ਕਰਨਾਟਕਾ 'ਚ ਆਲਰੇਡੀ ਉਹਨੂੰ ਧੋਖਾ ਦੇ ਚੁੱਕਾ ਸੀ ਕੌਣ, ਲਾਰਡ ਡਿਊਪਲੇ, ਅਨੂਰਦੀਨ ਨੂੰ। ਅਨੂਰਦੀਨ ਦਾ ਬ੍ਰਦਰ ਇਨ ਲਾਅ ਸੀ ਚੰਦਾ ਸਾਹਿਬ। ਚੰਦਾ ਸਾਹਿਬ ਨੂੰ ਸਾਥ ਦਿੱਤਾ ਕਿੰਨੇ, ਲਾਰਡ ਡਿਊਪਲੇ ਨੇ। ਅਨੂਰਦੀਨ ਦਾ ਸਾਥ ਕੌਣ ਦੇਣ ਆਏਗੀ, ਆਟੋਮੈਟਿਕਲੀ ਬ੍ਰਿਟਿਸ਼ ਇੰਡੀਅਨ ਕੰਪਨੀ। ਲੜਾਂਗੇ, ਇਹਨਾਂ ਨੂੰ ਭਜਾ ਦੇਵਾਂਗੇ ਇੱਥੋਂ, ਠੀਕ ਹੈ। ਇਹ ਸੀ ਕਰਨਾਟਕਾ ਤੇ ਹੈਦਰਾਬਾਦ, ਤੁਹਾਨੂੰ ਸਮਝ ਲੱਗਦੇ ਹੋਣਗੇ ਚੰਗੀ ਤਰ੍ਹਾਂ। ਨਿਜ਼ਾਮ ਉਲ ਮੁਲਕ ਹੈਦਰਾਬਾਦ ਦਾ ਨਵਾਂ ਨਿਜ਼ਾਮ ਸੀ, ਉਹਨੇ ਇਸਟੈਬਲਿਸ਼ਮੈਂਟ ਕੀਤੀ 1724 'ਚ। ਇਹਦੇ ਅੱਗੋਂ ਦੋ ਸਨ ਸੀ, ਇੱਕ ਗ੍ਰੈਂਡ ਸਨ ਕਹਿ ਲਓ, ਗ੍ਰੈਂਡ ਸਨ ਸੀ ਉਦੋਂ, ਗ੍ਰੈਂਡ GS ਲਿਖ ਰਿਹਾ ਮੈਂ, ਉਹ ਸੀ ਮੁਜ਼ੱਫਰ ਜੰਗ। ਮੁਜ਼ੱਫਰ ਜੰਗ ਸੀ ਤੇ ਇੱਕ ਜਿਹੜਾ ਸਨ ਸੀ ਨਿਜ਼ਾਮ ਜੰਗ, ठीक है। क्लियर है। एक
नासिर जंग, मुजफ्फर जंग, ठीक है, हैदराबाद वालों से। इनका मुजफ्फर जंग का साथ किने दिता? लॉर्ड ड्यूपले ने। ठीक है, नासिर जंग का साथ ब्रिटिश ईस्ट इंडिया कंपनी देन नहीं आई सी। क्लीयर है? होया कि इधरों करनाटका भी लिख लें। करनाटका च चंदा साहिब सी जिहड़ा फ्रेंच ने अपना खिलाड़िया सी बंदा, चंदा साहिब के साथ किने दिता? लॉर्ड ड्यूपले ने। ठीक है, होया कि मुजफ्फर जंग, लॉर्ड ड्यूपले, चंदा साहिब, ये तीनों हो गए एक। मुजफ्फर जंग, लॉर्ड ड्यूपले, चंदा साहिब, ये तीनों हो गए एक। इन्होंने अटैक करता कित्थे? हैदराबाद से। किन्नू हराया? नासिर जंग नूं। पहले तीनों कट्ठे हो गए, ठीक है, इनू हराता नासिर जंग नूं। गद्दी ते कौन बह गया? मुजफ्फर जंग। ठीक है, गद्दी ते कौन बह गया? मुजफ्फर जंग। हैदराबाद आ गया, हाल तक बिल्कुल सही चल रहा है। हुण इन्हां तिन्नां ने कित्थे अटैक किया? करनाटका ते। करनाटका ते कौन सी? अनमुरुद्दीन नूं हराता ते मारता। ठीक है, गद्दी ते कौन बह गया? चंदा साहिब। क्लीयर है? बिल्कुल क्लीयर है। हैदराबाद च कौन आ गया? मुजफ्फर जंग। करनाटका ते आ गया चंदा साहिब। जिहड़ा करनाटका च अनमुरुद्दीन सी, उहदा मुंडा सी मुहम्मद अली। उहदा मुंडा कौन सी? मुहम्मद अली। मुहम्मद अली उत्थों भज गया। कित्थों भज गया? त्रिचनापल्ली किले च। मुहम्मद अली कित्थे भज गया? त्रिचनापल्ली दे किले च, ते उत्थे आके शरण लै ली। त्रिचनापल्ली किले दे फ्रेंच ने निज़ाम ऑफ हैदराबाद, नवाब ऑफ करनाटका ने आपकी सेना तैनात करती त्रिचनापल्ली के किले के अराउंड, ताकि मुहम्मद अली उत्थों भज ना सके। मुहम्मद अली कित्थे आ गया? मुहम्मद अली करनाटका के नवाब अनवरुद्दीन का मुंडा। ठीक है, ये कित्थे आ गया? त्रिचनापल्ली किले च। इनू घेर लिया चंगी तरह। हुण ठीक है, इनू घेर लिया चंगी तरह। सुनी चलना, हैदराबाद च 1 लाख सेना तैनात सी ऑलरेडी फ्रेंच ईस्ट इंडिया कंपनी दी अंडर द लीडरशिप ऑफ बूसे। ठीक है, हैदराबाद च 1 लाख सेना ऑलरेडी तैनात सी ड्यूपले दे अंडर जिहड़ा सी बूसे। ठीक है, बूसे दे अंडर लीडरशिप च उत्थे 1 लाख सेना तैनात सी। मुहम्मद अली ने बाहर निकलना सी त्रिचनापल्ली पोर्ट चों। इन्हें किंदी हेल्प मंगी होगी? ऑफकोर्स इन्हें हेल्प मंगी ब्रिटिशर्स को। ब्रिटिशर्स वालों कौन लीड कर रहा सी? रॉबर्ट क्लाइव। रॉबर्ट क्लाइव हैल्प करन नूं इहदी रेडी हो जाता है मुहम्मद अली दी। हुण इनू बाहर तो कढ़ना ही सी, बाहर सेना तैनात सी फ्रेंचर दी सारियां दी। ठीक है, रॉबर्ट क्लाइव की इत्थे डिप्लोमैटिक चाल खेडदा है, बहुत ही लाजवाब चाल खेडदा है। किवें वो त्रिचनापल्ली किले तो इनू एस्केप करेगा, और आप देखते हैं। रॉबर्ट क्लाइव की करदा है? वो डिप्लोमैटिक चाल खेडदा है, 2 सेना की टुकड़ी भेज दिंदा है। 2 सेना टुकड़ी भेजदा है, एक सेना टुकड़ी भेजदा है त्रिचनापल्ली फोर्ट च। क्लीयर? एक त्रिचनापल्ली के फोर्ट च भेजती रॉबर्ट क्लाइव ने सेना। दूजी सेना की टुकड़ी भेजदा है करनाटका की कैपिटल जो उस टाइम सी अराकोट। ठीक है, क्यों भेजदा है? क्योंकि जिहड़ी इन्नी ज़्यादा आर्मी तैनात की हुई त्रिचनापल्ली च, वो डाइवर्ट होके कित्थे जा सके? अराकोट च। ठीक है, हुण आर्मी हो गई दोवां पासे अद्धी अद्धी इधर अद्धी इधर। ठीक है, ताकि जिहड़ी उहदी स्ट्रेंथ घट सके फ्रेंच दी। इत्थों सब तो पहले अटैक करदा है जिहड़े
ਤ੍ਰਿਚਨਾਪੱਲੀ ਫੋਰਟ ਤੇ ਰੋਬਰਟ ਕਲਾਈਵ, ਠੀਕ ਹੈ, ਤੇ ਹਰਾ ਦਿੰਦੇ ਕਿਹਨੂੰ, ਕਰਨਾਟਕਾ ਦੇ ਨਵਾਬ ਨੂੰ, ਚੰਦਾ ਸਾਹਿਬ ਨੂੰ, ਤੇ ਮਾਰ ਦਿੱਤਾ ਜਾਂਦਾ ਹੈ। ਕਰਨਾਟਕਾ ਖੋ ਲਿਆ ਫ੍ਰੈਂਚ ਕੋ ਕਿੰਨੇ, ਰੋਬਰਟ ਕਲਾਈਵ ਨੇ। ਕਿੰਨੇ ਅੰਡਰ ਆ ਗਿਆ, ਬ੍ਰਿਟਿਸ਼ਰਸ ਦੇ, ਠੀਕ ਹੈ। ਮੁਹੰਮਦ ਅਲੀ ਫ੍ਰੀ ਹੋ ਜਾਂਦਾ ਹੈ ਤੇ ਮੁਹੰਮਦ ਅਲੀ ਨਵਾਬ ਬਣਾ ਦਿੱਤਾ ਜਾਂਦਾ ਹੈ ਕਰਨਾਟਕਾ ਦਾ। ਕਲੀਅਰ ਹੈ, ਬਿਲਕੁਲ ਕਲੀਅਰ ਹੈ। ਹੁਣ ਆਪਾਂ ਗੱਲ ਕਰੀਏ ਹੈਦਰਾਬਾਦ ਦੀ। ਹੈਦਰਾਬਾਦ 'ਚ ਹੋਇਆ ਕੀ, 1750 'ਚ ਮੁਜ਼ੱਫਰ ਜੰਗ, ਤੁਹਾਨੂੰ ਮੈਂ ਦੱਸਿਆ ਬੈਠ ਚੁੱਕਾ ਹੋਇਆ ਗੱਦੀ ਤੇ। 1750 'ਚ ਉਹਨੂੰ ਇੱਕ ਲੜਾਈ ਦੇ ਦੌਰਾਨ ਉਹਦੀ ਮ੍ਰਿਤੂ ਹੋ ਜਾਂਦੀ ਹੈ ਮੁਜ਼ੱਫਰ ਜੰਗ ਦੀ। ਤੇ ਕੌਣ ਬਹਿ ਜਾਂਦਾ ਹੈ, ਨਿਜ਼ਾਮ ਉਲ ਮੁਲਕ ਦਾ ਤੀਜਾ ਬੇਟਾ, ਮਤਲਬ ਤੀਜਾ ਬੇਟਾ ਮਤਲਬ ਕਾਈਂਡ ਆਫ ਇੱਕ ਹੋਰ ਸਨ ਸੀ ਹੁੰਦਾ, ਸਲਾਵਤ ਜੰਗ। ਸਲਾਵਤ ਜੰਗ ਆ ਕੇ ਗੱਦੀ 'ਚ ਬਹਿ ਗਿਆ। ਕਲੀਅਰ ਹੈ। ਸਲਾਵਤ ਜੰਗ ਅੰਡਰ ਦਾ ਲੀਡਰਸ਼ਿਪ ਆਫ ਲੋਰਡ ਡਿਊਪਲੇ ਰੂਲ ਕਰਦਾ ਹੈ ਹੈਦਰਾਬਾਦ ਤੇ। ਕਰਨਾਟਕਾ ਚੰਦਾ ਸਾਹਿਬ ਮਾਰ ਦਿੱਤਾ ਜਾਂਦਾ ਹੈ ਤੇ ਮੁਹੰਮਦ ਅਲੀ ਨੂੰ ਨਵਾਬ ਬਣਾ ਦਿੱਤਾ ਜਾਂਦਾ ਹੈ। ਫਿਰ 1754 'ਚ ਬੈਟਲ ਆਫ, ਜਨ ਦੱਸਿਆ 1754 'ਚ ਕਲਾਈਵ 2 ਆਰਮੀ ਭੇਜਦਾ ਹੈ, ਇੱਕ ਤ੍ਰਿਚਨਾਪੱਲੀ ਫੋਰਟ ਤੇ ਇੱਕ ਐਰਾਕੋਟ ਤੇ 1754 'ਚ, ਤੇ ਫਤਿਹ ਹਾਸਿਲ ਕਰਦਾ ਦੋਵਾਂ ਤੇ। ਫ੍ਰੈਂਚ ਕੋ ਦੋਵੇਂ ਚਲੇ ਜਾਂਦੇ, ਕਰਨਾਟਕਾ ਵੀ ਤੇ ਐਰਾਕੋਟ ਵੀ, ਦੋਵੇਂ ਚਲੇ ਗਏ। ਹੁਣ ਬੈਟਲ ਆਫ ਅਦਿਆਰ ਦੀ ਇੱਕ ਲੜਾਈ ਹੁੰਦੀ ਹੈ, ਉਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਰਾਉਂਦਾ ਰੋਬਰਟ ਕਲਾਈਵ ਕਿਹਨੂੰ, ਲੋਰਡ ਡਿਊਪਲੇ ਨੂੰ, ਬੈਟਲ ਆਫ ਅਦਿਆਰ 'ਚ। ਤੇ ਡਿਊਪਲੇ ਤੇ ਸਾਰੀ ਦੀ ਹਾਰ ਦੀ ਜ਼ਿੰਮੇਵਾਰੀ ਥੋਪ ਦਿੱਤੀ ਜਾਂਦੀ ਹੈ ਬਾਏ ਫ੍ਰੈਂਚ ਗੌਰਮੈਂਟ, ਠੀਕ ਹੈ। ਕਿਉਂਕਿ ਫ੍ਰੈਂਚ ਗੌਰਮੈਂਟ ਕਹਿੰਦੀ ਜੋ ਵੀ ਤੂੰ ਇੱਥੇ ਆਰਡਰ ਪਾਸ ਕਰਨਾ ਸੀ ਉਹ ਸਾਡੀ ਪਰਮਿਸ਼ਨ ਤੋਂ ਬਗੈਰ ਨਹੀਂ ਕਰਨਾ ਸੀ, ਬਟ ਤੂੰ ਆਪਦੇ ਮੁਤਾਬਕ ਇੱਥੇ ਲੜਾਈ ਲੜੀ ਤੇ ਹਾਰਿਆ ਵੀ ਮੋਸਟ ਪ੍ਰੋਬੇਬਲੀ, ਮਤਲਬ ਇੱਕ ਹਾਰ ਵੀ ਗਿਆ ਲੜਾਈ, ਠੀਕ ਹੈ। ਤੇ ਹਾਰ ਦਾ ਜ਼ਿੰਮਾ ਤੇਰੇ ਉੱਤੇ ਥੋਪਿਆ ਜਾਂਦਾ ਹੈ ਤੇ ਇਹਨੂੰ ਉੱਥੋਂ ਵਾਪਸ ਬੁਲਾ ਦਿੱਤਾ ਜਾਂਦਾ ਹੈ, ਠੀਕ ਹੈ। ਕਲੀਅਰ ਹੈ। ठीक है। ਤ੍ਰਿਚਨਾਪੱਲੀ ਤੇ ਐਰਾਕੋਟ ਦੋਵਾਂ ਤੋਂ ਬ੍ਰਿਟਿਸ਼ ਆਰਮੀ ਡਿਪਲੋਏ ਕਰ ਦਿੰਦਾ ਹੈ, ਦੋਵਾਂ ਤੋਂ ਫਤਿਹ ਵੀ ਹਾਸਿਲ ਕਰਦਾ ਹੈ। ਤ੍ਰਿਚਨਾਪੱਲੀ ਤੋਂ ਮੁਹੰਮਦ ਅਲੀ ਛੁਡਵਾ ਲੈਂਦਾ ਤੇ ਕਰਨਾਟਕਾ ਦਾ ਨਵਾਬ ਬਣਾ ਦਿੰਦਾ। ਠੀਕ ਹੈ, ਕਰਨਾਟਕਾ ਦਾ ਨਵਾਬ ਬਣਾ ਦਿੰਦਾ ਕਿਹਨੂੰ, ਮੁਹੰਮਦ ਅਲੀ ਨੂੰ, ਤੇ ਮਾਰਿਆ ਜਾਂਦਾ ਕੌਣ, ਚੰਦਾ ਸਾਹਿਬ। ਕਲੀਅਰ ਹੈ। ਹੈਦਰਾਬਾਦ ਹੱਲੇ ਵੀ ਫ੍ਰੈਂਚ ਦੇ ਅੰਡਰ ਹੁੰਦਾ ਹੈ ਕਿਉਂਕਿ ਉੱਥੇ 1 ਲੱਖ ਆਰਮੀ ਆਲਰੇਡੀ ਤੈਨਾਤ ਹੈ। ਫਿਰ ਬੈਟਲ ਆਫ ਅਦਿਆਰ, ਇਹ ਵੀ 1754, ਇਹ ਵੀ 1754, ਲੋਰਡ ਡਿਊਪਲੇ ਹਾਰ ਜਾਂਦਾ ਹੈ। ਤੇ ਇਹਨੂੰ ਫਰਾਂਸ 'ਚ ਵਾਪਸ ਬੁਲਾ ਲੈਂਦਾ ਹੈ, ਇਹਨੂੰ ਫਰਾਂਸ 'ਚ ਵਾਪਸ ਬੁਲਾ ਲੈਂਦੇ ਨੇ। ਕਲੀਅਰ ਇੱਥੋਂ ਤੱਕ, ਠੀਕ ਹੈ। ਕਲੀਅਰ ਹੈ। ਹੁਣ ਆਪਾਂ ਜੋ ਲਾਸਟ ਅੱਜ ਦੀ ਬੈਟਲ ਹੈ ਉਹ ਆਪਾਂ ਡਿਸਕਸ ਕਰਾਂਗੇ, ਠੀਕ ਹੈ। ਹੁਣ ਜਦੋਂ ਲੋਰਡ ਡਿਊਪਲੇ ਮਾਰਿਆ ਜਾਂਦਾ ਨਾ, ਮਾਰਿਆ ਨਹੀਂ ਜਾਂਦਾ, ਇਹਨੂੰ ਫਰਾਂਸ ਬੁਲਾ ਲਿੱਤਾ ਜਾਂਦਾ ਤੇ ਇਹਦੇ ਇੱਥੇ ਐਕਟਿੰਗ ਗਵਰਨਰ ਬਣਾ ਦਿੰਦੇ ਨੇ ਗਾਰਡੇਹੂ ਨੂੰ, ਠੀਕ ਹੈ। ਗਾਰਡੇਹੂ ਨੂੰ ਐਕਟਿੰਗ ਗਵਰਨਰ ਬਣਾ ਦਿੱਤੇ ਨੇ ਫ੍ਰੈਂਚ ਵੱਲੋਂ, ਠੀਕ ਹੈ। ਤੇ
ਫ੍ਰੈਂਚ ਵੱਲੋਂ ਫਰਾਂਸ 'ਚ 1755 'ਚ ਇੱਕ ਪ੍ਰੋਪਰ ਗਵਰਨਰ ਭੇਜਦੇ ਨੇ ਕਾਊਂਟ ਲਾਲੀ, ਉਹ ਇੱਥੇ 1756 'ਚ ਆਏਗਾ। ਜਿਹੜੀ ਸੈਕਿੰਡ ਬੈਟਲ ਹੈ ਨਾ ਐਂਗਲੋ ਫ੍ਰੈਂਚ ਦੀ, ਇਹਦੇ ਵਿੱਚ ਵੈਸੇ ਨੋਰਮਲੀ ਕੋਈ ਟ੍ਰੀਟੀ ਸਾਈਨ ਨਹੀਂ ਹੋਈ ਸੀ, ਕਿਉਂਕਿ ਜਿਹੜਾ ਇਹਦਾ ਕਾਰਨ ਹੈ ਇੰਡੀਆ 'ਚ ਹੀ ਓਰੀਜੀਨੇਟ ਹੋਇਆ ਸੀ, ਇਹਦਾ ਕਾਰਨ ਯੂਰਪ 'ਚ ਓਰੀਜੀਨੇਟ ਨਹੀਂ ਹੋਇਆ ਸੀ। ਠੀਕ ਹੈ, ਇਹ ਇੰਡੀਆ 'ਚ ਹੀ ਲੜੇ ਸੀ। ਵੈਸੇ ਆਲਮੋਸਟ ਕਈ ਵਾਰੀ ਕੁਐਸਚਨਸ ਉੱਥੇ ਆ, ਜੇ ਆ ਵੀ ਜਾਏ ਤੇ ਉੱਥੇ ਹੋਏ ਨਾ ਟ੍ਰੀਟੀ ਆਫ ਪੌਂਡੀਚੇਰੀ, ਤੇ ਤੁਸੀਂ ਇਹਦੇ ਤੇ ਟਿਕ ਕਰ ਦੇਣਾ ਤੇ ਇਹ ਤੁਹਾਡਾ ਵੈਸੇ ਆਨਸਰ ਸਹੀ ਮੰਨਿਆ ਜਾਏਗਾ। ਠੀਕ ਹੈ, ਟ੍ਰੀਟੀ ਆਫ ਪੌਂਡੀਚੇਰੀ ਸਾਈਨ ਹੋਈ ਸੀ, ਬਟ ਵੈਸੇ ਕੋਈ ਟ੍ਰੀਟੀ ਸਾਈਨ ਨਹੀਂ ਹੋਈ ਸੀ, ਕਿਉਂਕਿ ਕੋਈ ਖੇਤਰ ਵਾਪਸ ਹੀ ਨਹੀਂ ਕੀਤਾ ਇੱਕ ਦੂਜੇ ਨੂੰ ਇਹਨਾਂ ਨੇ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਥਰਡ ਐਂਗਲੋ ਫ੍ਰੈਂਚ ਵਾਰ। ਗਾਰਡੇਹੂ ਇੱਥੇ ਐਕਟਿੰਗ ਗਵਰਨਰ ਤਰ੍ਹਾਂ ਰੋਲ ਪਲੇ ਕਰ ਰਿਹਾ ਸੀ, ਕਿਉਂਕਿ ਹੁਣ ਚਲਾ ਗਿਆ ਸੀ ਡਿਊਪਲੇ ਵਾਪਸ, ਤੇ ਪ੍ਰੋਪਰ ਗਵਰਨਰ ਉੱਥੋਂ ਫ੍ਰੈਂਚ ਨੇ ਗਵਰਨਮੈਂਟ ਨੇ ਭੇਜਿਆ ਸੀ ਕਿਹੜਾ, ਕਾਊਂਟ ਲਾਲੀ। 1755 'ਚ ਉੱਥੋਂ ਤੁਰਦਾ, 56 'ਚ ਇੱਥੇ ਪਹੁੰਚਦਾ। ਜਦੋਂ ਇੱਥੇ ਪਹੁੰਚਦਾ, ਇੱਥੇ ਆਲਰੇਡੀ ਆਪਣੀ ਜਿਹੜੀ ਵॉर ਹੈ ਬਿਟਵੀਨ ਇੰਗਲਿਸ਼ ਐਂਡ ਫ੍ਰੈਂਚ ਉਹ ਸਟਾਰਟ ਹੋ ਚੁੱਕੀ ਹੋਈ ਸੀ, ਕਾਊਂਟ ਲਾਲੀ। ਠੀਕ ਹੈ, ਕਾਊਂਟ ਲਾਲੀ ਇੱਥੇ ਪਹੁੰਚਦਾ 1756 'ਚ। ਹੁਣ ਜਿਹੜਾ ਥਰਡ ਐਂਗਲੋ ਫ੍ਰੈਂਚ ਵਾਰ ਹੈ ਨਾ, ਇਹਦਾ ਰੀਜ਼ਨ ਵੀ ਕਿੱਥੋਂ ਆਉਂਦਾ, ਯੂਰਪ 'ਚੋਂ ਆਉਂਦਾ ਹੈ। ਕਿਵੇਂ, ਯੂਰਪ 'ਚ 7 ਈਅਰ ਵਾਰ ਸਟਾਰਟ ਹੋ ਚੁੱਕੀ ਹੋਈ ਸੀ। ਠੀਕ ਹੈ, ਬਿਟਵੀਨ ਕਿੱਥੇ, ਫ੍ਰੈਂਚ ਐਂਡ ਬ੍ਰਿਟੇਨ 7 ਈਅਰ ਵਾਰ ਸਟਾਰਟ ਹੋ ਚੁੱਕੀ ਹੋਈ ਸੀ 1756 'ਚ। ਜਿੱਥੇ ਜਿੱਥੇ ਵੀ ਬ੍ਰਿਟੇਨ ਤੇ ਫ੍ਰੈਂਚ ਦੀ ਕਲੋਨੀ ਸੀ, ਉਹਨਾਂ ਨੇ ਉੱਥੇ ਆਪਸ 'ਚ ਯੁੱਧ ਕਰਨਾ ਸ਼ੁਰੂ ਕਰਤਾ। ਜਿਵੇਂ ਅਮਰੀਕਾ 'ਚ ਕੁਝ ਕਲੋਨੀਜ਼ ਬ੍ਰਿਟੇਨ ਦੀ ਸੀ ਜਾਂ ਫ੍ਰੈਂਚ ਦੀ ਸੀ, ਉੱਥੇ ਲੜਨਾ ਸ਼ੁਰੂ ਹੋ ਗਏ। ਇੰਡੀਆ 'ਚ ਸੀ, ਇੰਡੀਆ 'ਚ ਵਾਰ ਸ਼ੁਰੂ ਕਰਤਾ। ਠੀਕ ਹੈ, ਜੇ ਇਹਦਾ ਰੀਜ਼ਨ ਪੁੱਛਿਆ ਜਾਏ ਨਾ ਤੁਹਾਡੇ ਕੋਲ ਥਰਡ ਐਂਗਲੋ ਫ੍ਰੈਂਚ ਵਾਰ ਦਾ, ਥਰਡ ਕਾਰਨੈਟਿਕ ਵਾਰ ਦਾ, ਤੇ ਇਹਦਾ ਕੀ ਰੀਜ਼ਨ ਹੈ, ਯੂਰਪ 'ਚ 7 ਈਅਰ ਵਾਰ ਸਟਾਰਟ ਹੋ ਚੁੱਕੀ ਹੋਈ ਸੀ। ਠੀਕ ਹੈ, 7 ਈਅਰ ਵਾਰ ਬਿਟਵੀਨ ਜਿਹੜਾ ਯੂਰਪ 'ਚ ਸਟਾਰਟ ਹੋ ਚੁੱਕੀ ਹੋਈ ਸੀ। ਹੋਇਆ ਕੀ, ਹੁਣ ਕਾਊਂਟ ਲਾਲੀ 1756 'ਤੇ ਪਹੁੰਚਦਾ ਇੰਡੀਆ 'ਚ, ਨਵਾਂ ਸੀ। ਠੀਕ ਹੈ, ਡਿਊਪਲੇ ਹੁੰਦਾ ਤੇ ਇਸ ਵਾਰੀ ਆਪਦੀ ਡਿਪਲੋਮੈਸੀ ਵਿਖਾਉਂਦਾ ਥੋੜ੍ਹੀ ਬਹੁਤ। ਠੀਕ ਹੈ, ਬਟ ਕਾਊਂਟ ਲਾਲੀ ਨੇ ਇੱਥੋਂ ਦੀ ਸਰਕਮਸਟਾਂਸਿਸ ਨੂੰ ਪਰਖਿਆ ਨਹੀਂ ਚੰਗੀ ਤਰ੍ਹਾਂ। ਜਿਹੜੀ 1 ਲੱਖ ਸੈਨਾ ਤੈਨਾਤ ਸੀ ਹੈਦਰਾਬਾਦ 'ਚ, ਜਿਹੜੀ 1 ਲੱਖ ਸੈਨਾ ਤੈਨਾਤ ਸੀ ਹੈਦਰਾਬਾਦ 'ਚ ਅੰਡਰ ਦਾ ਲੀਡਰਸ਼ਿਪ ਬੁਸੇ, ਉਹਨੂੰ ਵਾਪਸ ਬੁਲਾ ਲੈਂਦਾ ਕਿੱਥੇ, ਪੌਂਡੀਚੇਰੀ। ਕਾਊਂਟ ਲਾਲੀ ਦੀ ਇਹ ਸਭ ਤੋਂ ਵੱਡੀ ਮਿਸਟੇਕ ਸੀ। ਕਾਊਂਟ ਲਾਲੀ ਕੀ ਕਰਦਾ ਹੈ, 1 ਲੱਖ ਸੈਨਾ ਜਿਹੜੀ ਤੈਨਾਤ ਸੀ ਅੰਡਰ ਦਾ ਲੀਡਰਸ਼ਿਪ ਆਫ ਬੂਸੇ, ਉਹ ਪੌਂਡੀਚੇਰੀ ਬੁਲਾ ਲੈਂਦਾ ਹੈ। ਹੁਣ ਹੈਦਰਾਬਾਦ ਦਾ ਨਿਜ਼ਾਮ ਕੌਣ ਸੀ, ਸਲਾਵਤ ਜੰਗ। ਸਲਾਵਤ ਜੰਗ ਨਿਜ਼ਾਮ ਉਲ ਮੁਲਕ ਦਾ ਹੀ ਮਤਲਬ ਬੇਟਾ ਸੀ, ਵਨ ਆਫ ਦਾ ਸਨ ਸੀ। ਉਹ ਫ੍ਰੀ ਕਰ ਲੈਂਦਾ ਕਿੰਦੇ ਤੋਂ, ਫ੍ਰੈਂਚ ਈਸਟ ਇੰਡੀਆ ਕੰਪਨੀ ਤੋਂ ਆਪਦੇ ਆਪ ਨੂੰ, ਜਿਵੇਂ 1 ਲੱਖ ਸੈਨਾ ਉੱਥੋਂ ਜਾਂਦੀ ਹੈ। ਤੇ ਕਿੰਦੀ ਲੀਡਰਸ਼ਿਪ ਜੁਆਇਨ ਕਰ ਲੈਂਦਾ ਹੈ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ। ਇਹ ਸਭ ਤੋਂ ਤਗੜੀ ਮਿਸਟੇਕ ਸੀ ਕਾਊਂਟ ਲਾਲੀ ਦੀ, ਕਿਉਂਕਿ ਐਡੀ ਵੱਡੀ ਰਿਆਸਤ ਉਹਨੇ ਆਪਣੇ ਅੰਦਰੋਂ ਜਾਣ ਦਿੱਤੀ, ਹੈਦਰਾਬਾਦ ਦੀ। ਹੁਣ ਕਾਊਂਟ ਲਾਲੀ ਨੇ 1 ਲੱਖ ਸੈਨਾ ਕਿਉਂ ਬੁਲਾਈ ਸੀ ਵਾਪਸ, ਕਿਉਂਕਿ ਉਹ ਤੰਜੋਰ ਦਾ ਇੱਕ ਰਾਜਾ ਸੀ, ਉਹਦੇ ਸਿਰ ਤੇ 56 ਲੱਖ ਰੁਪਏ ਦਾ ਕਰਜ਼ਾ ਸੀ, 56 ਲੱਖ ਦਾ ਕਰਜ਼ਾ ਸੀ। ਹੁਣ ਇਹਨੇ ਸੋਚਿਆ ਮੈਂ ਆਪਦੀ ਆਰਮੀ ਭੇਜਾਂਗਾ ਤੰਜੋਰ 'ਚ, ਤੇ ਉਹਦੇ ਕੋਲ ਸਾਰਾ ਕਰਜ਼ਾ ਜਿਹੜਾ ਉਹਦੇ ਤੋਂ 56 ਲੱਖ ਹੱਥ ਆਵਾਂਗਾ, ਆਪਦੀ ਆਰਮੀ ਹੋਰ ਸਟਰੋਂਗ ਕਰਾਂਗਾ ਤੇ ਬ੍ਰਿਟੇਨ ਨਾਲ ਲੜਾਂਗਾ। ਠੀਕ ਹੈ, ਨਾ ਤਾਂ ਇਹ ਤੰਜੋਰ ਦੇ ਰਾਜੇ ਕੋਲ 56 ਲੱਖ ਰੁਪਇਆ ਹੱਥ ਆ ਸਕਿਆ ਕਾਊਂਟ ਲਾਲੀ, ਤੇ ਹੈਦਰਾਬਾਦ ਵੀ ਇਹਦੇ ਹੱਥੋਂ ਚਲਾ ਗਿਆ। ਸਲਾਵਤ ਜੰਗ ਨੇ ਬਗਾਵਤ ਕਰਤੀ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਉਹਨੇ ਸਾਥ ਲੈ ਲਿਆ।
ਕਾਉਂਟ ਲਾਲੀ ਦੀ ਇਹ ਸਭ ਤੋਂ ਤਗੜੀ ਮਿਸਟੇਕ ਸੀ। ਹੁਣ ਇੱਥੇ ਲੋੜ ਕਿੰਦੀ ਸੀ ਸਗੋਂ ਡਿਊਪਲੇ ਦੀ। ਡਿਊਪਲੇ ਨੇ ਤਾਂ ਆਲਰੇਡੀ ਬੁਲਾ ਲਿਆ ਵਾਪਸ ਉਹਨਾਂ ਨੇ। ਡਿਊਪਲੇ ਇਸ ਟਾਈਮ ਆਪਦੀ ਡਿਪਲੋਮੈਸੀ ਵਿਖਾਉਂਦਾ ਕਿਉਂਕਿ ਉਹਨੇ ਤਾਂ ਆਲਰੇਡੀ ਇੱਥੇ ਹੋ ਗਏ, 10 ਸਾਲ ਹੋ ਗਏ ਇੱਥੇ ਹੀ ਸੀ ਉਹ ਤਾਂ। ਇਹ ਕਾਉਂਟ ਲਾਲੀ ਦੀ ਸਭ ਤੋਂ ਤਗੜੀ ਮਿਸਟੇਕ ਸੀ। ਹੁਣ ਯੂਰਪ 'ਚ ਵਾਰ ਚੱਲਦੀ ਪਈ ਹੈ 7 ਈਅਰ ਦੀ। 1760 'ਚ ਇੱਥੇ ਇੱਕ ਲੜਾਈ ਲੜੇਗੀ, ਬੈਟਲ ਆਫ ਵਾਂਡੀਵਾਸ਼। ਮੋਸਟ ਇੰਪੋਰਟੈਂਟ ਹੈ ਬੈਟਲ ਆਫ ਵਾਂਡੀਵਾਸ਼। 1760 ਦੀ ਲੜਾਈ ਦੇ ਵਿੱਚ ਚੰਗੀ ਤਰ੍ਹਾਂ ਸਫਾਇਆ ਕਰਤਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਫ੍ਰੈਂਚ ਦਾ। ਤੇ ਉਹਨਾਂ ਕੋ ਜਿਹੜੇ ਉਹਨਾਂ ਦੇ ਏਰੀਆ ਸੀ ਮਾਹੇ, ਪੌਂਡੀਚਰੀ, ਜਿੰਜੀ, ਚੰਦੇਰ ਨਗਰ ਛਿਨ ਲਏ। ਕਲੀਅਰ ਹੈ। ਤੇ ਆਪਦੇ ਅੰਡਰ ਕਰ ਲਏ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ। 1763 'ਚ ਇੱਕ ਟ੍ਰੀਟੀ ਸਾਈਨ ਹੁੰਦੀ ਹੈ, ਟ੍ਰੀਟੀ ਆਫ ਪੈਰਿਸ। 1763 'ਚ ਇੱਕ ਟ੍ਰੀਟੀ ਸਾਈਨ ਹੁੰਦੀ ਹੈ ਜਿਹਦਾ ਨਾਮ ਕੀ ਹੁੰਦਾ ਹੈ, ਟ੍ਰੀਟੀ ਆਫ ਪੈਰਿਸ। ਯੂਰਪ 'ਚ ਸਾਈਨ ਹੁੰਦੀ ਹੈ। ਸਾਰੇ ਆਪਦੇ ਜਿਹੜੇ ਵਾਰਸ ਹੈ ਬਿਟਵੀਨ ਫ੍ਰੈਂਚ ਐਂਡ ਇੰਗਲੈਂਡ ਜਾਂ ਬ੍ਰਿਟੇਨ ਉਹ ਖਤਮ ਕਰਨਗੇ ਤੇ ਸ਼ਾਂਤੀ ਸਥਾਪਿਤ ਕਰਨਗੇ, ਪੀਸ ਸਥਾਪਿਤ ਕਰਨਗੇ ਤੇ ਇੱਕ ਦੂਜੇ ਦੇ ਏਰੀਆਜ਼ ਵਾਪਸ ਦੇਣਗੇ। ਠੀਕ ਕਲੀਅਰ ਹੈ। ਉਹ ਟ੍ਰੀਟੀ ਦੇ ਰੂਲਸ ਐਂਡ ਰੈਗੂਲੇਸ਼ਨਸ ਜੋ ਯੂਰਪ 'ਚ ਸਾਈਨ ਹੋਏ ਸੀ ਫੋਲੋ ਕਿੱਥੇ ਕੀਤੇ ਗਏ, ਇੰਡੀਆ 'ਚ। ਟਰਮਸ ਐਂਡ ਕੰਡੀਸ਼ਨਸ ਅਲਾਉਡ। ਕਿਉਂਕਿ ਜਿੱਥੇ ਜਿੱਥੇ ਕਬਜ਼ਾ ਕੀਤਾ ਸੀ ਬ੍ਰਿਟੇਨ ਦੇ ਫ੍ਰੈਂਚ ਦੇ ਏਰੀਆਜ਼ 'ਚ ਉਹ ਕਹਿੰਦੇ ਹੀ ਵਾਪਸ ਦੇ ਦਿੰਨੇ, ਤੁਹਾਨੂੰ ਵਾਪਸ ਦੇ ਦਿੰਨੇ ਆ। ਮਾਹੇ, ਜਿੰਜੀ, ਪੌਂਡੀਚਰੀ ਤੇ ਚੰਦੇਰ ਨਗਰ ਉਹ ਕਹਿੰਦੇ ਲੈ ਲਓ ਏਰੀਆਜ਼, ਬਟ ਤੁਹਾਨੂੰ ਇੱਥੇ ਅਸੀਂ ਫੋਰਟੀਫਿਕੇਸ਼ਨ ਨਹੀਂ ਕਰਨ ਦਿਆਂਗੇ। ਨੋ ਕਿਲੇਬੰਦੀ ਐਟ ਆਲ। ਠੀਕ ਹੈ। ਇਟ ਮੀਨਸ ਫਰਾਂਸ ਦਾ ਦਬਦਬਾ ਖਤਮ ਹੋ ਗਿਆ ਸੀ ਚੰਗੀ ਤਰ੍ਹਾਂ 1763 'ਚ। ਇੱਥੇ 1760 'ਚ ਵੈਂਡੀਵਾਲ ਲੜਾਈ ਹਾਰਨ ਤੋਂ ਬਾਅਦ ਤਾਂ ਆਲਰੇਡੀ ਹੋ ਗਿਆ ਸੀ ਦਬਦਬਾ ਖਤਮ। ਏਰੀਆਜ਼ ਵੀ ਦਿੱਤੇ ਸੀ ਪਰ ਏਰੀਆਜ਼ ਵਾਪਸ ਜ਼ਰੂਰ ਮਿਲੇ ਬਟ ਫੋਰਟੀਫਿਕੇਸ਼ਨ ਨਹੀਂ ਕੀਤੀ ਗਈ। ਇਸ ਤਰ੍ਹਾਂ 1763 'ਚ ਜਾ ਕੇ ਬ੍ਰਿਟੇਨ ਨੇ ਫ੍ਰੈਂਚ ਈਸਟ ਇੰਡੀਆ ਕੰਪਨੀ ਨੂੰ ਚੰਗੀ ਤਰ੍ਹਾਂ ਕੱਢਤਾ ਸੀ ਇੱਥੋਂ। ਕਲੀਅਰ ਹੈ। $50 ਲੱਖ ਦਾ ਕਰਜ਼ਾ ਸੀ ਤੰਜੋਰ ਦੇ ਰਾਜੇ ਤੇ। ਆਰਮੀ ਭੇਜੀ ਕਿੰਨੇ, ਕਾਉਂਟ ਲਾਲੀ ਨੇ। ਕਿੱਥੇ, ਇੱਥੇ, ਬਟ ਸਫਲ ਨਹੀਂ ਹੋ ਪਾਇਆ। ਠੀਕ ਹੈ। हैदराबाद भी गवाता, हैदराबाद भी गया, तंजौर भी गया। इत्थों का राजा कौन बन गया, सलावत जंग। ठीक है। फिर उस तो बाद चो लड़ाई लड़ी 1760 च, बैटल ऑफ वांडीवाश, मोस्ट इंपोर्टेंट है। सतारा सौ सठ च लड़ाई जी बैटल ऑफ वांडीवाश, इहदे च हारदा कौन, फ्रेंच ईस्ट इंडिया कंपनी इहदे च हार जाती है। ठीक है। जितदा कौन है, ब्रिटिश ईस्ट इंडिया कंपनी। 1763 च एक ट्रीटी साइन होंदी है जिसका की नाम होंदा है, आ स्क्रीनशॉट लै लो लेना, ट्रीटी ऑफ पेरिस। ट्रीटी ऑफ पेरिस 1763 च साइन होंदी है। कित्थे, यूरोप च साइन होंदी है। शांति स्थापित करनगे दोवें देश, ब्रिटेन ते फ्रेंच, ते एक दूसरे के एरियाज वापस करनगे। पौंडीचेरी, माही, जिंजी ते चंदेर नगर। वापस मिल गए फ्रेंच नूं, ट्रीटी साइन हो गई सी बट नो फोर्टिफिकेशन। क्लीयर है तो कर
ठीक है। ਇਹ ਸੀ ਤਿੰਨ ਆਪਣੇ ਐਂਗਲੋ ਫ੍ਰੈਂਚ ਵਾਰਸ ਜਾਂ ਕਰਨਾਟਿਕ ਵਾਰਸ। ਜੇ ਮੇਨ ਰੀਜ਼ਨ ਪੁੱਛਿਆ ਜਾਏ ਨਾ ਹਾਰਨ ਦਾ ਫ੍ਰੈਂਚ ਦਾ, ਇਹ ਸੀ ਕਿ ਇੱਕ ਤਾਂ ਰੋਬਰਟ ਜਿਹੜਾ ਕਲਾਈਵ ਸੀ ਉਹ ਬਹੁਤ ਤਗੜਾ ਡਿਪਲੋਮੈਟ ਸੀ, ਬਹੁਤ ਹੀ ਵਧੀਆ ਡਿਪਲੋਮੈਟ ਸੀ। ਉਹਨੇ ਕਿਸ ਤਰ੍ਹਾਂ ਤੁਹਾਨੂੰ ਦੱਸਿਆ ਸੈਕਿੰਡ 'ਚ ਉਹਨੇ ਸੈਨਾ ਭੇਜੀ ਹੈ 2 ਜਗ੍ਹਾ, ਠੀਕ ਹੈ। ਬਟ ਉਹ ਡਿਪਲੋਮੈਸੀ ਕੌਣ ਨਹੀਂ ਵਿਖਾ ਪਾਇਆ? ਲੋਰਡ ਡਿਊਪਲੇ। ਲੋਰਡ ਡਿਊਪਲੇ ਹਾਲਾਂਕਿ ਉਸ ਟਾਈਮ ਇੰਨੇ ਵਧੀਆ ਆਪਣੇ ਪੀਰੀਅਡ 'ਚ ਚੱਲ ਰਿਹਾ ਸੀ, ਉਸ ਟਾਈਮ ਆਪਦੀ ਤਾਕਤ ਹੋਰ ਵਧਾ ਵੀ ਸਕਦਾ ਸੀ, ਬਟ ਡਿਪਲੋਮੈਸੀ ਕਿੰਦੀ ਜ਼ਿਆਦਾ ਵਧੀਆ ਨਿਕਲੀ? ਕਲਾਈਵ ਦੀ। ਮੋਰ ਓਵਰ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਉਹ ਇੱਕ ਪ੍ਰਾਈਵੇਟ ਕੰਪਨੀ ਸੀ, ਠੀਕ ਹੈ। ਉਹਨੂੰ ਕੋਈ ਆਰਡਰਸ ਲੈਣ ਦੀ ਜ਼ਰੂਰਤ ਨਹੀਂ ਸੀ, ਉਹ ਆਪਦੇ ਵੱਲੋਂ ਹੀ ਆਰਡਰ ਜਨਰੇਟ ਕਰਦੇ ਸੀ, ਉਹ ਬ੍ਰਿਟੇਨ ਦੀ ਗਵਰਨਮੈਂਟ ਦਾ ਵੇਟ ਨਹੀਂ ਕਰਦੇ ਸੀ। ਫ੍ਰੈਂਚ ਈਸਟ ਇੰਡੀਆ ਕੰਪਨੀ ਇੱਕ ਪ੍ਰਾਈਵੇਟ ਕੰਪਨੀ ਗਵਰਨਮੈਂਟ ਕੰਪਨੀ ਸੀ, ਗਵਰਨਮੈਂਟ ਵੱਲੋਂ ਹੀ ਉਹਨਾਂ ਨੂੰ ਜਦੋਂ ਤੱਕ ਆਰਡਰ ਆਉਣਗੇ ਉਦੋਂ ਤੱਕ ਹੀ ਕੋਈ ਸਟੈਪ ਚੱਕ ਸਕਦੇ ਸੀ। 7 ਸਮੁੰਦਰੋਂ ਪਾਰ ਜਦੋਂ ਕੋਈ ਆਰਡਰ ਆਏਗਾ ਫਿਰ ਜਾ ਕੇ ਹੀ ਇੱਥੇ ਕੋਈ ਉਹ ਸਟੈਪ ਚੱਕਣਗੇ, ਠੀਕ ਹੈ। ਉਹ ਈਵਨ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਬਹੁਤ ਹੀ ਪ੍ਰੋਫਿਟ ਵਾਲੀ ਕੰਪਨੀ ਸੀ, ਬ੍ਰਿਟੇਨ ਦੀ ਗਵਰਨਮੈਂਟ ਨੇ ਈਵਨ ਕਿ ਲੋਨ ਲਿੱਤਾ ਹੋਇਆ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ। ਫ੍ਰੈਂਚ ਗਵਰਨਮੈਂਟ ਜਿਹੜੀ ਕੰਪਨੀ ਸੀ ਉਹ ਜਿਹੜੀ ਫ੍ਰੈਂਚ ਈਸਟ ਇੰਡੀਆ ਕੰਪਨੀ ਸੀ ਉਹ ਇੱਥੇ ਇੱਕ ਗਰੀਬ ਕੰਪਨੀ ਸੀ ਕਹਿ ਸਕਦੇ ਸੀ ਤੁਸੀਂ, ਠੀਕ ਹੈ। ਉਹ ਇੱਕ ਗਵਰਨਮੈਂਟ ਕੰਪਨੀ ਸੀ, ਪ੍ਰਾਈਵੇਟ ਕੰਪਨੀ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਆਰਡਰਸ ਉੱਤੋਂ ਲੈਣੇ ਪੈਂਦੇ ਸੀ ਸਾਰੇ। ਇਹ ਕੁਛ ਰੀਜ਼ਨ ਸੀ, ਠੀਕ ਹੈ, ਹਾਰ ਦੇ ਫ੍ਰੈਂਚ ਈਸਟ ਇੰਡੀਆ ਕੰਪਨੀ ਦੇ। ਇਸ ਤੋਂ ਬਾਅਦ 'ਚੋਂ ਇਹ ਖਤਮ ਹੋ ਜਾਂਦੇ ਨੇ ਚੰਗੀ ਤਰ੍ਹਾਂ। ਪੌਂਡੀਚੇਰੀ 1954 ਜਾ ਕੇ ਆਪਾਂ ਇਹਨਾਂ ਫ੍ਰੀ ਕਰਾਉਂਦੇ ਹਾਂ 1954 'ਚ ਆਰਮੀ ਐਕਸ਼ਨ ਦੇ ਨਾਲ, ਠੀਕ ਹੈ। ਹੁਣ ਜਿਹੜਾ ਨੈਕਸਟ ਆਪਣਾ ਟੋਪਿਕ ਹੋਏਗਾ ਉਹ ਹੋਏਗਾ ਆਪਣਾ ਗਵਰਨਰ ਜਨਰਲਸ, ਠੀਕ ਹੈ। ਇਸ ਤੋਂ ਬਾਅਦ 'ਚੋਂ ਬ੍ਰਿਟਿਸ਼ਰਸ ਦਾ ਇੱਥੇ ਦਬਦਬਾ ਹੁਣ ਸ਼ੁਰੂ ਹੋ ਗਿਆ, ਫਿਰ ਫ੍ਰੈਂਚ ਨੂੰ ਵੀ ਭੇਜਤਾ, ਇੱਥੋਂ ਸਾਰੀ ਕੰਪਨੀ ਨੂੰ ਭੇਜਤਾ। ਹੁਣ ਇਸ ਤੋਂ ਬਾਅਦ ਇਹ ਇੰਡੀਆ 'ਤੇ ਕਿਵੇਂ ਰੂਲ ਕਰਨਗੇ ਉਹ ਆਪਾਂ ਕਰਾਂਗੇ ਨੈਕਸਟ ਕਲਾਸ ਤੋਂ ਸ਼ੁਰੂ। ਹੁਣ ਆਪਾਂ ਨੈਕਸਟ ਟੋਪਿਕ ਹੋਏਗਾ ਆਪਣਾ ਹੈਗਾ ਗਵਰਨਰ ਜਨਰਲਸ, ਠੀਕ ਹੈ। ਫਿਰ ਗਵਰਨਰ, ਫਿਰ ਵਾਇਸਰॉयਸ। ਇਹ ਸਾਰਾ ਆਪਾਂ ਕਾਰਜਕਾਲ ਇੱਕ ਇੱਕ ਦਾ ਵੇਖਾਂਗੇ, ਮਤਲਬ ਕਿ ਜਿਹੜੇ ਇੰਪੋਰਟੈਂਟ ਜਿਹੜੇ 20 ਨੇ ਹੈਗੇ ਤਾਂ 41-42 ਨੇ ਆਏ ਸੀ ਇੱਥੇ, ਠੀਕ ਹੈ। ਬਟ ਆਪਾਂ 20 ਕੁ ਵੇਖਾਂਗੇ, ਉਹਨਾਂ 'ਚ 20 ਦੇ ਜਿਹੜੇ ਕਾਰਜਕਾਲ ਹੋਏਗਾ ਉਹਨਾਂ ਵਿੱਚ ਦੌਰਾਨ ਜੋ ਇੰਸੀਡੈਂਟਸ ਹੋਏ ਉਹ ਸਾਰੇ ਆਪਾਂ ਡਿਸਕਸ ਕਰਾਂਗੇ। ਮੈਨੂੰ ਤੁਸੀਂ ਕਮੈਂਟ ਸੈਕਸ਼ਨ 'ਚ ਇੱਕ ਗੱਲ ਜ਼ਰੂਰ ਦੱਸ ਦੇਣਾ ਕਿ ਤੁਸੀਂ ਇੰਨੀ ਡਿਟੇਲ ਨਾਲ ਤੁਹਾਨੂੰ ਕੋਈ ਚੱਕਰ ਤਾਂ ਨਹੀਂ ਹੈਗਾ। ਅਗਰ ਤੁਸੀਂ ਕਰਨੇ ਹੋ ਤਾਂ ਮੈਂ ਇੰਨੀ ਡਿਟੇਲ ਜਿਹੜੀ ਡਿਟੇਲ ਹੈ ਉਹ ਕੱਟ ਕਰ ਲੈਣਾ, ਜੇ ਤੁਹਾਨੂੰ ਕੋਈ ਚੱਕਰ ਨਹੀਂ। ਮੈਂ ਤਾਂ ਆਪਦੇ ਵੱਲੋਂ ਇਹ ਐਕਚੁਅਲੀ ਇਹ ਚਾਹੁੰਦਾ ਕਿ ਤੁਹਾਡਾ ਉੱਥੇ ਕੁਐਸਚਨ ਨਾ ਕੋਈ ਰੁਕੇ, ਠੀਕ ਹੈ, ਕਿਉਂਕਿ ਆਪਾਂ ਮਾਡਰਨ ਹਿਸਟਰੀ ਹੀ ਗੱਲੀ ਕਰਨੀ ਹੈ ਅਤੇ ਮਾਡਰਨ ਹਿਸਟਰੀ ਆਪਾਂ ਡੈਪਥ 'ਚ ਕਰੀਏ, ਮੈਂ ਇਹ ਚਾਹੁੰਦਾ। ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੰਨੀ ਡਿਟੇਲ 'ਚ ਤੁਹਾਨੂੰ ਪ੍ਰੋਬਲਮ ਹੋ ਰਹੀ ਹੈ ਤਾਂ ਮੈਂ ਡਿਟੇਲਸ ਥੋੜ੍ਹੀ ਕੱਟ ਕਰ ਲਾਂਗਾ, ਮੈਂ ਫੈਕਟਸ ਨਹੀਂ ਕੋਈ ਛੱਡਾਂਗਾ, ਠੀਕ ਹੈ। ਬਟ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਆਪਦੇ ਵੱਲੋਂ ਜ਼ਰੂਰ ਲਿਖ ਦੇਣਾ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਆਪਾਂ ਬਹੁਤ ਵਧੀਆ ਤਰੀਕੇ ਨਾਲ ਜੋ ਗਵਰਨਰ ਜਨਰਲਸ ਕਰਾਂਗੇ, ਲੋਰਡ ਕਲਾਈਵ ਤੋਂ ਸ਼ੁਰੂ ਹੋਏਗਾ ਸਾਰਾ ਕੰਮ, ਠੀਕ ਹੈ, ਰੋਬਰਟ ਕਲਾਈਵ ਤੋਂ, ਅਤੇ ਆਪਾਂ ਫਿਨਿਸ਼ ਕਰਾਂਗੇ ਸਾਰੇ ਗਵਰਨਰ ਜਨਰਲਸ ਅਤੇ ਇਹਨਾਂ ਦੇ ਕਾਰਜਕਾਲ ਜੋ ਵੀ ਇੰਸੀਡੈਂਟਸ ਹੋਏ, ਠੀਕ ਹੈ। ਜੋ ਵੀ ਮਹਾਤਮਾ ਗਾਂਧੀ ਵੀ ਇਹਨਾਂ ਦੇ ਕਾਰਜਕਾਲ 'ਚ ਹੀ ਆਏਗਾ, ਸਾਰਾ ਜੋ ਇਹਨਾਂ ਦੇ ਕਾਰਜਕਾਲ 'ਚ ਹੋਇਆ ਆਪਾਂ ਸਾਰਾ ਡਿਸਕਸ ਕਰਾਂਗੇ। ਬਟ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸ ਦੇਣਾ ਕਿ ਤੁਹਾਨੂੰ ਇੰਨੀ ਡਿਟੇਲਸ ਦਾ ਕੋਈ ਚੱਕਰ ਤਾਂ ਨਹੀਂ, ਠੀਕ ਹੈ। ਆਪਾਂ ਐਂਗਲੋ ਫ੍ਰੈਂਚ ਵਾਰਸ ਆਪਾਂ 3 ਕੀਤੇ, ਇੱਕ ਕਲਾਸ 'ਚ ਖਤਮ ਕੀਤੇ ਆਪਾਂ, ਇੱਕ ਕਲਾਸ 'ਚ, ਠੀਕ ਹੈ। ਜਨਰਲੀ ਕੀ ਕਰਦੇ ਤੁਹਾਨੂੰ ਪਤਾ ਸਾਰੇ ਕਿ ਉਹ ਇੱਥੇ 3 ਫ੍ਰੈਂਚ ਵਾਰ ਲਿਖ ਦੇਣਗੇ ਅਤੇ ਸਾਹਮਣੇ ਈਅਰ ਐਂਡ ਡੇਟ ਲਿਖ ਦੇਣਗੇ ਉਹਦੀ, ਠੀਕ ਹੈ, ਅਤੇ ਰਾਜਾ ਲਿਖ ਦੇਣਗੇ। ਇੰਨਾ ਕੁਛ ਹੀ ਸਿਖਾਉਂਦੇ ਨੇ ਆਪਾਂ ਨੂੰ ਅਕੈਡਮੀਆਂ 'ਚ, ਤੁਹਾਨੂੰ ਪਤਾ ਹੀ ਹੈ, ਬਖੂਬੀ ਜਾਣਦੇ ਤੁਸੀਂ। ਬਟ ਮੈਂ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਡਿਟੇਲ 'ਚ ਕਰਵਾਇਆ, ਅਤੇ ਕੋਈ ਵੀ ਪ੍ਰੋਬਲਮ ਆਉਂਦੀ ਹੋਏ ਤਾਂ ਮੈਨੂੰ ਜ਼ਰੂਰ ਸ਼ੇਅਰ ਕਰਨਾ, ਠੀਕ ਹੈ, ਕਮੈਂਟ ਸੈਕਸ਼ਨ ਦੱਸਣਾ, ਅਤੇ ਆਪਾਂ ਨੈਕਸਟ ਕਲਾਸ 'ਚ ਆਪਾਂ ਦੇਖ ਲਾਂਗੇ ਅਗਰ ਡਿਟੇਲ ਕੱਟ ਕਰਵਾਉਣੀ ਹੋਏ, ਠੀਕ ਹੈ। ਅਤੇ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਕਲਾਸ, ਆਪਾਂ ਗਵਰਨਰ ਜਨਰਲ ਸ਼ੁਰੂ ਕਰਾਂਗੇ ਨੈਕਸਟ ਕਲਾਸ ਤੋਂ। ਟਿਲ ਦੈਨ ਟੇਕ ਕੇਅਰ।